ਸ਼ੀਤਕਾਲੀਨ ਇਹ ਰੁੱਖਾਂ ਦੀ ਜਿਹੜੀ ਹੈ ਖੜੀ ਛਾਂ ਧੁੱਪ ਦੇ ਵਿੱਚ ਤੇ ਅਦਰਵਾਈਜ਼ ਗ੍ਰੀਨਰੀ ਦੇ ਰਹੀ ਹੈ, ਤੁਹਾਨੂੰ ਕਰ ਰਹੀ ਹੈ ਆਪਣੀ ਮਿਹਨਤ ਤੁਹਾਡੇ ਤੇ ਨਿਛਾਵਰ। ਤੇ ਸਾਡੀ ਜਿਹੜੀ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਸ਼ੀਤਕਾਲੀਨ, ਉਹ ਸ਼ੀਤ ਹੋ ਕੇ ਰਹਿ ਗਿਆ ਜਾਂ ਅਤੀਤ ਹੋ ਕੇ ਰਹਿ ਗਿਆ, ਇਸ ਦੇ ਉੱਤੇ ਕਰਦੇ ਹਾਂ ਗੱਲ। ਤੇ ਗੱਲ ਜਰਾ ਸੁਣ ਲਿਓ ਧਿਆਨ ਨਾਲ। ਡਾਕਟਰ ਸਾਹਿਬ ਅੱਜ ਬੜੀ ਮੁਸ਼ਕਲ ਨਾਲ ਲੱਭੇ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਡਾਕਟਰ ਸਾਹਿਬ ਤੁਸੀਂ ਕੀ ਸੋਚਦੇ ਹੋ ਇਹ ਜਿਹੜੇ ਸ਼ੀਤਕਾਲੀਨ ਦੇ ਵਿੱਚ ਸਸਪੈਂਸ਼ਨ ਹੋਈ ਹੈ 141 ਜਿਹੜੇ ਨੇ I.N.D.I.A ਇੰਡੀਆ ਦੇ ਜਿਹੜੇ ਵਿਪਕਸ਼ ਦੇ ਜਿਹਨੂੰ ਕਿਹਾ ਜਾ ਸਕੇ ਸਾਂਸਦ ਹੈ, ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਜਿਹੜੇ 3 ਕਾਨੂੰਨ ਆ ਰਹੇ ਨੇ ਕ੍ਰਿਮੀਨਲ ਲਾਜ਼ ਦੇ ਉੱਤੇ ਅਮੈਂਡਮੈਂਟਸ ਆ ਰਹੀਆਂ ਜਿਹੜੀਆਂ ਬੜੀਆਂ ਜੁਡੀਸ਼ੀਅਸ ਮਾਈਂਡ ਦੀਆਂ। ਜੇ ਇਹਨਾਂ ਦਾ ਇੱਕ ਦੇਖਿਆ ਜਾਏ ਪੱਖ ਤੇ ਅੰਗਰੇਜ਼ਾਂ ਦਾ ਇੰਡੀਅਨ ਐਵੀਡੈਂਸ ਐਕਟ, ਉਹ ਇਹਦਾ ਐਕਸਟੈਂਟ ਦੇ ਵਿੱਚ ਕੀ ਕਹਿੰਦੇ ਸੀ, ਇਟ ਸ਼ੈਲ ਐਕਸਟੈਂਡ ਟੂ ਹੋਲ ਆਫ ਇੰਡੀਆ, ਜਿਹਦੇ ਵਿੱਚ ਪਾਕਿਸਤਾਨ ਵੀ ਸੀ, ਬੰਗਲਾਦੇਸ਼ ਵੀ ਸੀ ਉਸ ਵੇਲੇ 1872 ਦੇ ਵਿੱਚ। ਟੈਰੀਟਰੀਜ਼ ਦੇਖ ਲਓ ਇੰਡੀਆ ਦੀਆਂ। ਤੇ ਜਿਹੜਾ ਅੱਜ ਇਹ ਇਹਨਾਂ ਦਾ ਅਕਲਮੰਦਾਂ ਦਾ ਬਿੱਲ ਆਇਆ ਉਹਦੇ ਵਿੱਚ ਇਹ ਐਕਸਟੈਂਟ ਹੀ ਹੈ ਨਹੀਂ। ਇਹ ਪਾਰਲੀਮੈਂਟ ਨਿਰਧਾਰਿਤ ਕਰੇਗੀ, ਕਦੋਂ ਕਰੇਗੀ, ਕਿਵੇਂ ਕਰੇਗੀ, ਤੇ ਇਸ ਦੌਰਾਨ ਦੇ ਵਿੱਚ ਇਹਨਾਂ ਦਾ ਸਟੇਟਸ ਕੀ ਰਹੇਗਾ, ਇੰਪਲੀਮੈਂਟੇਸ਼ਨ ਕੀ ਰਹੇਗੀ, ਰਿਪੀਲਿੰਗ ਜਿਹੜੀ ਹੈ ਸੈਕਸ਼ਨ 170 ਦੇ ਮੁਤਾਬਕ ਇੰਡੀਅਨ ਐਵੀਡੈਂਸ ਐਕਟ ਦੀ ਜਿਹੜੀ ਉਹ ਆਈ ਹੈ, ਉਹਦਾ ਕੀ ਇੰਪੈਕਟ ਰਹੇਗਾ। ਇਹਦੇ 'ਤੇ ਗੱਲਾਂ ਵਿਚਾਰ ਚਰਚਾ ਤੁਹਾਡੇ ਨਾਲ ਕਰ ਦਿਓ ਜਰਾ। ਆਪਣੀ ਸਤਿ ਸ਼੍ਰੀ ਅਕਾਲ ਤੇ ਕਰੀਏ ਅੱਗੇ ਸ਼ੁਰੂਆਤ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਸਾਡੇ ਇਸ ਚੈਨਲ ਨੂੰ ਰੈਗੂਲਰਲੀ ਵਿਜ਼ਿਟ ਕਰਦੇ ਆ ਤੇ ਦੇਖਦੇ ਆ। ਤੇ ਸਰ ਦੇ ਨਾਲ ਅਸੀਂ ਬਹੁਤ ਵਾਰ ਜਿਹੜਾ ਹੈ ਬਹੁਤ ਇੰਪੋਰਟੈਂਟ ਮੁੱਦਿਆਂ ਤੇ ਗੱਲ ਕਰਦੇ ਹਾਂ। ਤੇ ਜਿਵੇਂ ਹੁਣ ਗੱਲ ਚੱਲ ਰਹੀ ਹੈ ਪਾਰਲੀਮੈਂਟ ਦੀ ਸਾਂਸਦ ਜਿਹੜੇ ਸਸਪੈਂਡ ਕੀਤੇ ਗਏ ਨੇ, ਕੁਝ ਰਾਜ ਸਭਾ ਤੋਂ, ਕੁਝ ਲੋਕ ਸਭਾ ਤੋਂ, ਉਹਨਾਂ ਦੇ ਉੱਤੇ ਚਰਚਾ ਕੀਤੀ ਜਾ ਰਹੀ ਕਿ ਕਿਵੇਂ ਹਾਊਸ ਦੇ ਵਿੱਚ ਜਿਹੜਾ ਹੈ ਇੱਕ ਵੈਕਿਊਮ ਇਹਨਾਂ ਨੇ ਕ੍ਰੀਏਟ ਕਰ ਦਿੱਤਾ। ਤੇ ਉਹ ਵੈਕਿਊਮ ਇਸ ਤਰ੍ਹਾਂ ਕ੍ਰੀਏਟ ਕੀਤਾ ਹੈ ਕਿ ਉਹਦੇ ਪਿੱਛੇ ਜਿਹੜਾ ਮੋਟਿਵ ਹੈ ਇਜ਼ ਐਬਸੈਂਸ ਆਫ ਫਿਊ ਪਾਰਲੀਮੈਂਟੇਰੀਅਨਸ, ਜਿਹਦੇ ਨਾਲ ਜਿਹੜੇ ਸ਼ਾਇਦ ਇਹਦੇ ਹੱਕ 'ਚ ਜਾਂ ਅਗੇਂਸਟ ਬੋਲਣ ਦੇ ਵਿੱਚ ਜ਼ਿਆਦਾ ਇੰਟਰਸਟਿਡ ਸੀ। ਜਦੋਂ ਸਸਪੈਂਸ਼ਨ ਦੀ ਗੱਲ ਚੱਲਦੀ ਹੈ, ਸਭ ਤੋਂ ਪਹਿਲਾਂ ਤਾਂ ਅਟੈਂਡੈਂਸ ਜਿਹੜੀ ਹੈ ਪਾਰਲੀਮੈਂਟ ਦੀ ਕਿਉਂਕਿ ਘਟ ਗਈ ਹੈ, ਤਾਂ ਮੈਜੋਰਿਟੀ ਵਿਊ ਜਾਂ ਜਿਹਨੂੰ ਕਹਿੰਦੇ ਆ ਜਾਂ ਕੋਈ ਵੀ ਸਟੈਂਡ ਅਗਰ ਅਸੀਂ ਬਿੱਲ ਦੇ ਉੱਤੇ ਲੈਣਾ ਹੈ, ਉਹ ਇੱਕ ਪਾਸੇ ਜਾਣ ਦੇ ਜ਼ਿਆਦਾ ਚਾਂਸਸ ਨੇ ਕਿਉਂਕਿ ਜਿਹੜਾ ਓਪੋਜੀਸ਼ਨ ਹੈ ਉਹਨਾਂ ਨੇ ਸਸਪੈਂਡ ਕਰ ਦਿੱਤਾ। ਤੇ ਜਿਵੇਂ ਕਿ ਸਰ ਗੱਲ ਕਰ ਰਹੇ ਸੀ ਕਿ ਜਦੋਂ ਵੀ ਇਸ ਤਰ੍ਹਾਂ ਦਾ ਵੈਕਿਊਮ ਕ੍ਰੀਏਟ ਕੀਤਾ ਜਾਂਦਾ, ਜਦੋਂ ਵੀ ਪਾਰਲੀਮੈਂਟੇਰੀਅਨਸ ਨੂੰ ਸਸਪੈਂਡ ਕੀਤਾ ਜਾਂਦਾ ਜਾਂ ਖਾਸ ਤੌਰ 'ਤੇ ਪਾਰਲੀਮੈਂਟ ਦੇ ਵਿੱਚ ਕੋਈ ਵੀ ਸੈਸ਼ਨ ਦੇ ਵਿੱਚ ਚਰਚਾ ਹੁੰਦੀ ਹੈ ਕਿਸੇ ਬਿੱਲ ਦੇ ਉੱਤੇ, ਸਭ ਤੋਂ ਪਹਿਲਾਂ ਇੰਪੋਰਟੈਂਟ ਇਹ ਦੇਖਿਆ ਜਾਂਦਾ ਕਿ ਕਿਹਦਾ ਸਟੈਂਡ ਜਿਹੜਾ ਹੈ ਨੂੰ ਡਿਸਮਿਸ ਕੀਤਾ ਜਾਵੇ, ਕਿਸ ਤਰ੍ਹਾਂ ਕੀਤਾ ਜਾਵੇ। ਤੇ ਬਹੁਤ ਵਾਰ ਇੱਦਾਂ ਦੀਆਂ ਸਟ੍ਰੈਟਜੀਜ਼ ਜਿਹੜੇ ਹੈ ਦੇਖਣ ਨੂੰ ਮਿਲਦੀਆਂ ਕਿ ਕਿਸੇ ਨੂੰ ਸਸਪੈਂਡ ਕਰ ਦਿੱਤਾ ਜਾਂਦਾ, ਕਿਸੇ 'ਤੇ ਇਨਕੁਆਇਰੀ ਬਿਠਾ ਦਿੱਤੀ ਜਾਂਦੀ ਹੈ, ਕਿਸੇ ਨੂੰ ਘਰ ਦੇ ਉੱਤੇ ਉਹਦੇ ਇਨਕੁਆਇਰੀ ਚੱਲ ਪੈਂਦੀ ਹੈ ਕਿ ਇਸ ਤਰ੍ਹਾਂ ਕਿ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਚੁੱਪ ਰਹਾਂਗੇ ਤਾਂ ਸ਼ਾਇਦ ਅਸੀਂ ਜਿਹੜਾ ਹੈ ਬੈਟਰ ਸਾਨੂੰ ਐਜ਼ ਅ ਪਾਰਲੀਮੈਂਟੇਰੀਅਨ ਸਰਵਾਈਵ ਕਰਨ ਦੇਣਗੇ ਦਿੱਲੀ 'ਚ। ਸੋ ਇਸ ਤਰ੍ਹਾਂ ਦੀਆਂ ਜਿਹੜੀ ਪ੍ਰਤੀਕਿਰਿਆਵਾਂ ਹੁੰਦੀਆਂ ਪਾਰਲੀਮੈਂਟ ਦੇ ਵਿੱਚ ਬੜੀ ਕਾਮਨ ਅੱਜ ਕੱਲ੍ਹ ਦਿਖ ਰਹੀਆਂ। ਤੇ ਡੈਫੀਨੇਟਲੀ ਐਜ਼ ਅ ਲਾਇਰ, ਵਕੀਲ ਹੋਣ ਦੇ ਨਾਤੇ, ਅਧਿਵਕਤਾ ਹੋਣ ਦੇ ਨਾਤੇ ਸਾਡਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਕਿ ਕ੍ਰਿਮੀਨਲ ਲਾਜ਼ ਦੇ ਉੱਤੇ ਜਿਹੜੇ ਬਿਲਸ ਆ ਰਹੇ ਆ, ਜਿਹੜੇ ਇੰਨੇ ਇੰਪੋਰਟੈਂਟ ਇਹ ਬਿਲਸ ਹੈ ਕਿ ਪ੍ਰੀ ਬ੍ਰਿਟਿਸ਼ ਟਾਈਮ ਦੇ ਜਿਹੜੇ ਇਸ਼ੂਜ਼ ਜਿਹੜੇ ਉਸ ਟਾਈਮ ਦੇ ਲਾਜ਼ ਬਣੇ ਹੋਏ ਉਹਨਾਂ ਨੂੰ ਹੁਣ ਅਸੀਂ ਔਬਸੋਲੀਟ ਕਰਾਰ ਕਰਕੇ ਜਾਂ ਉਹਨਾਂ ਨੂੰ ਇੱਕ ਨਵਾਂ ਫਾਰਮ ਦੇ ਕੇ ਜਾਂ ਕਹਿੰਦੇ ਕਿ ਉਹਨਾਂ ਨੂੰ ਅਮੈਂਡ ਕਰਕੇ ਅਸੀਂ ਬੈਟਰ ਲਾਜ਼ ਬਣਾ ਸਕਦੇ ਹਾਂ। ਲੇਕਿਨ ਜਦੋਂ ਇਹਦੇ 'ਤੇ ਚਰਚਾ ਹੀ ਨਹੀਂ ਹੋਏਗੀ, ਸਭ ਤੋਂ ਇੰਪੋਰਟੈਂਟ ਗੱਲ ਤੁਸੀਂ ਦੇਖੋ, ਜਦੋਂ ਇਸ ਟੌਪਿਕ 'ਤੇ ਚਰਚਾ ਹੀ ਨਹੀਂ ਹੋਏਗੀ, ਕੋਈ ਡਿਸਕਸ਼ਨ ਨਹੀਂ ਹੋਏਗੀ, ਕੋਈ ਅਪੋਜ਼ ਨਹੀਂ ਕਰੇਗਾ, ਕੋਈ ਉਹਦੇ 'ਤੇ ਅੱਗੇ ਵਾਰਤਾਲਾਪ ਨਹੀਂ ਹੋਏਗੀ, ਜਿਹਨੂੰ ਕਹਿੰਦੇ ਆਪਾਂ ਡਿਸਐਗਰੀਮੈਂਟ ਨਹੀਂ ਹੋਏਗਾ ਪਾਰਲੀਮੈਂਟ ਦੇ ਵਿੱਚ, ਤਾਂ ਕਿਵੇਂ ਗੱਲ ਬਣੇਗੀ। ਹੈਲਦੀ ਡਿਸਕਸ਼ਨ ਮਿਸਿੰਗ, ਐਬਸੋਲੂਟਲੀ। ਜੋ ਮਿਸਿੰਗ ਇਸ ਕਰਕੇ ਕਿਉਂਕਿ ਬੋਲਣ ਵਾਲਿਆਂ ਨੂੰ ਹੀ ਤੁਸੀਂ ਉਹਦੇ 'ਚੋਂ ਬਾਹਰ ਕੱਢਤਾ ਹੈ, ਪਾਰਲੀਮੈਂਟ 'ਚੋਂ ਸਸਪੈਂਡ ਕਰਤਾ ਬਹਾਨੇ ਸਿਰ। ਜਿਵੇਂ ਕਹਿੰਦੇ ਆ ਕਿ ਓਪੋਜੀਸ਼ਨ ਹਮੇਸ਼ਾ ਕਹਿੰਦੇ ਆਪਣੇ ਓਪੋਨੈਂਟਸ 'ਤੇ ਜ਼ਿਆਦਾ ਧਿਆਨ ਰੱਖਦੀ ਹੈ, ਹੈ ਨਾ। ਕਹਿੰਦੇ ਇਲੈਕਸ਼ਨ ਲੜਨ ਤੋਂ ਪਹਿਲਾਂ ਵੀ ਇਹ ਕਿਹਾ ਜਾਂਦਾ ਹਮੇਸ਼ਾ ਆਪਣੇ ਓਪੋਜ਼ਿਟ ਪਾਰਟੀ ਅਤੇ ਰਾਈਵਲਸ 'ਤੇ ਜ਼ਿਆਦਾ ਧਿਆਨ ਦਿਓ ਕਿ ਵਾਟ ਦੇ ਆਰ ਡੂਇੰਗ। ਉਸੇ ਤਰ੍ਹਾਂ ਜਦੋਂ ਸਾਨੂੰ ਪਤਾ ਹੈ ਕਿ ਅਪੋਜ਼ ਕਰਨਗੇ ਕੋਈ ਬਿੱਲ ਦੇ ਉੱਤੇ, ਉਹਨੂੰ ਪਹਿਲਾਂ ਹੀ ਉਹਨਾਂ ਨੂੰ ਬਹਾਨੇ ਸਿਰ ਜਿਹੜਾ ਹੈ ਸਸਪੈਂਡ ਕਰ ਦਿੱਤਾ ਗਿਆ ਹੈ। ਤੇ ਹਾਂਜੀ, ਬਹੁਤ ਸਰ ਨੇ ਬਹੁਤ ਵਧੀਆ ਟੌਪਿਕ ਅੱਜ ਚੂਜ਼ ਕੀਤਾ ਕਿ ਕਿਵੇਂ ਵਿਦਾਊਟ ਡਿਸਕਸ਼ਨ ਅਗਰ ਕੋਈ ਬਿੱਲ ਪਾਸ ਹੋ ਜਾਂਦਾ ਤਾਂ ਉਹਦੇ ਕਿੱਦਾਂ ਰੈਪਰਕਸ਼ਨਸ ਜਿਹੜੇ, ਕੌਨਸੀਕੁਐਂਸਿਸ ਜਿਹੜੇ ਇੱਕ ਆਮ ਆਦਮੀ ਨੂੰ, ਕਾਮਨ ਸਿਟੀਜ਼ਨਸ ਨੂੰ ਸਹਿਣੇ ਪੈਣੇ
ਕਿ ਉਹ ਬਿਲਸ ਬਿਨਾਂ ਡਿਸਕਸ਼ਨ ਤੋਂ ਪਾਸ ਹੋ ਗਏ ਇਨ ਦੀ ਐਬਸੈਂਸ ਆਫ ਪੀਪਲ। ਤੇ ਕਿਉਂਕਿ ਵਿੰਟਰ ਸੈਸ਼ਨ ਹੈ, ਸਮਰ ਸੈਸ਼ਨ ਜਦ ਤੱਕ ਨੈਕਸਟ ਜਿਹੜਾ ਮੌਨਸੂਨ ਸੈਸ਼ਨ ਜਾਂ ਕੋਈ ਵੀ ਸੈਸ਼ਨ ਜਦੋਂ ਤੱਕ ਹੋਏਗਾ ਤਦ ਤੱਕ ਉਹ ਡੈਫੀਨੇਟਲੀ ਉਹਨਾਂ ਨੂੰ ਡਿਲੇ ਦਾ ਬਹਾਨਾ ਕਰਕੇ ਕਿ ਡਿਲੇ ਨਹੀਂ ਕਰ ਰਹੇ, ਇਮੀਡੀਏਟ ਪ੍ਰੋਮਪਟ ਐਕਸ਼ਨ ਅਸੀਂ ਲਿੱਤਾ ਹੈ। ਡੈਫੀਨੇਟਲੀ ਉਹਨਾਂ ਦੇ ਇਲੈਕਸ਼ਨਸ ਆ ਰਹੇ 2024 ਦੇ ਵਿੱਚ, ਤਾਂ ਉਸ ਹਿਸਾਬ ਨਾਲ ਉਹਨਾਂ ਨੇ ਫਟਾਫਟ ਜਿਹੜਾ ਹੈ ਆਨਨ ਫਾਨਨ में, जिसको कहते हैं हिंदी में आनन फानन में, इन हेस्ट जड़ा है, इन द जिफी they will pass those bills without healthy discussion, without presence of the opponents and rivals, and then hence they are expecting us to welcome such bills. ਇਹ ਲੋਕਤੰਤਰ ਦਾ ਘਾਣ ਹੋਇਆ, ਘਾਟਾ ਹੋਇਆ ਜਾਂ ਗਲਾ ਘੋਟਿਆ ਗਿਆ? ਬਿਲਕੁਲ ਦੇਖੋ, ਲੋਕਤੰਤਰ ਦਾ ਡੈਫੀਨੇਟਲੀ ਮਰਡਰ ਜਿਹੜਾ ਹੈ, ਮਰਡਰ ਆਫ ਡੈਮੋਕ੍ਰੇਸੀ ਇਹਨਾਂ ਨੇ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਤੱਕ ਮੈਜੋਰਿਟੀ ਓਪੀਨੀਅਨ ਨਹੀਂ ਆਉਂਦਾ, ਜਦੋਂ ਤੱਕ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਕਿਸੇ ਚੀਜ਼ ਦੇ ਫੇਵਰ 'ਚ ਨੇ, ਹੈ ਨਾ, ਮੈਜੋਰਿਟੀ ਕਿਸੇ ਚੀਜ਼ ਦੇ ਫੇਵਰ 'ਚ ਹੈ, ਜਦੋਂ ਤੱਕ ਇਹ ਨਹੀਂ ਆਉਂਦਾ ਤਦੋਂ ਤੱਕ ਤੁਸੀਂ ਲੋਕ ਮਤ ਦੇ ਅਗੇਂਸਟ ਜਾ ਕੇ ਜੇ ਤੁਸੀਂ ਕੋਈ ਬਿੱਲ ਪਾਸ ਕਰਦੇ ਹੋ, ਡੈਫੀਨੇਟਲੀ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ। ਇੱਕ ਚੀਜ਼, ਜੇ ਇਹ ਜੁਡੀਸ਼ੀਅਲ ਪਲੇਟਫਾਰਮ ਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਚਲੀ ਗਈ, ਉੱਥੇ ਇਹ ਟੈਸਟ ਇਹਦਾ ਪਾਸ ਹੋਏਗਾ ਜਾਂ ਫੇਲ ਹੋਏਗਾ, ਇਹਦਾ ਸਟੇਟਸ ਕੀ ਹੋਏਗਾ, ਇਹਦੇ ਬਾਰੇ ਵੀ ਗੱਲ ਕਰ ਲਈਏ। ਜੀ, ਫਸਟ ਆਫ ਆਲ ਇਟ ਇਜ਼ ਓਪਨ ਫॉर ਜੁਡੀਸ਼ੀਅਲ ਸਕਰੂਟਨੀ, ਦੈਟਸ ਕਰੈਕਟ ਕਿ ਡੈਫੀਨੇਟਲੀ ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਜੱਜਿਸ ਕਰ ਸਕਦੇ ਆ, ਜੁਡੀਸ਼ਰੀ ਇਹਨੂੰ ਦੇ ਸਾਹਮਣੇ ਇਹਨੂੰ ਚੈਲੰਜ ਕੀਤਾ ਜਾ ਸਕਦਾ ਹੈ। ਲੇਕਿਨ ਉਹੀ ਗੱਲ ਹੈ ਕਿ ਕੀ ਏਮਸ ਐਂਡ ਆਬਜੈਕਟਿਵਸ ਨਾਲ ਇਹ ਬਿੱਲ ਬਣਾਇਆ ਗਿਆ, ਕਿਸ ਰੀਜ਼ਨ ਕਰਕੇ ਇਹਨੂੰ ਜਲਦੀ 'ਚ ਪਾਸ ਕੀਤਾ ਗਿਆ, ਕਿਉਂ ਪਾਰਲੀਮੈਂਟੇਰੀਅਨਸ ਦੀ ਵੇਟ ਨਹੀਂ ਕੀਤੀ ਗਈ, ਜਾਂ ਸਸਪੈਂਸ਼ਨ ਦਾ ਰੀਜ਼ਨ ਇੰਨਾ ਸੋਲਿਡ ਸੀ ਕਿ ਯੂ ਹੈਵ ਬਾਈਪਾਸਡ ਦੀ ਰੀਜ਼ਨ ਕਿ ਵੀ ਇੰਨੇ ਇੰਪੋਰਟੈਂਟ ਬਿਲਸ ਜਿਹੜੇ ਹੈ ਇਨ ਪਾਈਪਲਾਈਨ ਹੈ ਪਾਰਲੀਮੈਂਟ ਦੇ ਵਿੱਚ ਡਿਸਕਸ ਕਰਨ ਵਾਲੇ। ਤਾਂ ਇਹ ਸਭ ਜਿਹੜਾ ਰੀਜ਼ਨਸ, ਏਮਸ ਐਂਡ ਆਬਜੈਕਟਿਵਸ ਹੈ, ਇਹ ਗਰਾਊਂਡਸ ਦੇ ਕੇ ਜਿਹੜਾ ਹੈ ਡੈਫੀਨੇਟਲੀ ਇਹਨੂੰ ਚੈਲੰਜ ਕੀਤਾ ਜਾ ਸਕਦਾ ਹੈ। ਐਂਡ ਜੁਡੀਸ਼ਰੀ ਦਾ ਅਗੇਨ ਇੱਕ ਰੋਲ ਬਣਦਾ ਕਿ ਅਗੇਂਸਟ ਗਵਰਨਮੈਂਟ ਜਾ ਕੇ ਵੀ ਦੇ ਕੈਨ ਪਾਸ ਜਜਮੈਂਟਸ। ਫੋਰ ਐਗਜ਼ਾਮਪਲ ਆਰਟੀਕਲ 370 ਦੇ ਉੱਤੇ ਜਿਹੜਾ ਇੱਕ ਬਹੁਤ ਇੰਪੋਰਟੈਂਟ ਜਜਮੈਂਟ ਲੇਟੈਸਟ ਆਇਆ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਜਿਹੜੀ ਏਪੈਕਸ ਜੁਡੀਸ਼ਰੀ ਹੈ ਉਹਨੇ ਇੱਕ ਬਹੁਤ ਅੱਛਾ ਸਟੈਪ ਲਿੱਤਾ ਤੇ ਸਰਕਾਰ ਦੇ ਅਗੇਂਸਟ ਜਾ ਕੇ ਜਿਹੜਾ ਇਹ ਜਜਮੈਂਟ ਪਾਸ ਕੀਤੀ ਹੈ। ਤੇ ਉਸੇ ਤਰ੍ਹਾਂ ਉਸੇ ਲਾਈਨਸ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਚੀਫ ਜਸਟਿਸ ਆਫ ਇੰਡੀਆ ਜਿਹੜੇ ਹੈ ਬੜੇ ਹੀ ਬਰੇਵ ਮੈਨੂੰ ਲੱਗਿਆ ਕਿ ਜੱਜ ਹੈ ਜਿਹੜੇ ਅਗੇਂਸਟ ਦੀ ਗਵਰਨਮੈਂਟ ਜਾ ਕੇ ਵੀ ਕੁਝ ਆਰਡਰਸ ਉਹਨਾਂ ਨੇ ਪਾਸ ਕੀਤੇ ਹੈ। ਤੇ ਇਹਦੇ ਨਾਲ ਫਿਊਚਰ 'ਚ ਵੀ ਲੋਕਾਂ ਨੂੰ ਮੈਸੇਜ ਮਿਲੇਗਾ ਕਿ ਆਪਾਂ ਜਜਮੈਂਟਸ ਇੰਡੀਪੈਂਡੈਂਟਲੀ ਈਵਨ ਇਫ ਇਟ ਇਜ਼ ਅਗੇਂਸਟ ਦੀ ਗਵਰਨਮੈਂਟ ਪਾਸ ਕਰ ਸਕਦੇ ਹਾਂ, ਬੀਜੇਪੀ ਤੋਂ ਬਿਨਾਂ ਡਰੇ। ਇਹ ਜਿਹੜੀ ਭਾਜਪਾ ਨੇ ਇੱਥੇ ਜਿਹੜਾ ਟੈਰਰ ਫੈਲਾ ਰੱਖਿਆ ਪੂਰੇ ਕੰਟਰੀ ਦੇ ਵਿੱਚ ਕਿ ਯੂ ਵੋਂਟ ਬੀ ਏਬਲ ਟੂ ਸਰਵਾਈਵ, ਜਾਂ ਤੁਹਾਡੇ ਚੀਜ਼ਾਂ ਤੇ ਕੁਐਸਚਨ ਕੀਤਾ ਜਾਏਗਾ ਅਗਰ ਤੁਸੀਂ ਸਾਡੇ ਅਗੇਂਸਟ ਬੋਲੋਗੇ, ਤੁਹਾਨੂੰ ਸਸਪੈਂਡ ਕੀਤਾ ਜਾਏਗਾ, ਉਹਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ। ਮਹੁਆ ਮੋਇਤਰਾ ਦੀ ਸਸਪੈਂਸ਼ਨ ਇਹ ਇੱਕ ਟ੍ਰੇਲਰ ਸੀ, ਤੇ ਸੇਮ ਸੇਲਿੰਗ ਬੋਟ ਵਿੱਚ ਇੱਕ ਬੀਜੇਪੀ ਦਾ MP ਜਿਹੜਾ ਤੁਰ ਫਿਰ ਰਿਹਾ ਸੀ, ਉਹਦੇ ਉੱਤੇ ਇਹ ਐਥਿਕ ਕਮੇਟੀ ਨਹੀਂ ਜਾਗੀ, ਇਹ ਸਰਕਾਰ ਨਹੀਂ ਜਾਗੀ, ਪਾਰਲੀਮੈਂਟ ਨਹੀਂ ਜਾਗੀ, ਤੇ ਉਸ ਨੂੰ ਬਚਾਉਣ ਦੀ ਖਾਤਰ 141 MP ਜਿਹੜੇ ਨੇ ਇਹ ਕਿਹਾ ਜਾ ਰਿਹਾ ਵੀ ਸਸਪੈਂਡ ਕਰ ਦਿੱਤੇ ਗਏ। ਇਹਦਾ ਜਿਹੜਾ ਤਾਤਪਰਜ ਸੀ ਕਿੱਥੋਂ ਨਿਕਲਿਆ ਕਿ ਇਹਨਾਂ ਨੇ ਆਪਣੇ ਬੰਦੇ ਭੇਜ ਕੇ, ਪ੍ਰਤਾਪ ਸਿਨਹਾ ਬੀਜੇਪੀ ਦਾ MP ਸੀ ਜਿਹਨੇ ਉਹ ਬੱਚੇ ਭੇਜ ਕੇ ਉਹਨਾਂ ਤੋਂ ਪ੍ਰੋਟੈਸਟ ਕਰਾਇਆ। ਉਸ ਪ੍ਰੋਟੈਸਟ ਦੇ ਉੱਤੇ ਕੋਈ ਐਥਿਕਸ ਕਮੇਟੀ ਦਾ ਕੋਈ ਐਕਸ਼ਨ ਨਹੀਂ ਆਇਆ, ਕੋਈ ਐਸਟੈਬਲਿਸ਼ਮੈਂਟ ਨਹੀਂ ਹੋਈ। ਤੇ ਫਿਰ ਤੁਸੀਂ ਇਹ ਦੇਖੋ, ਜੇ ਓਪੋਜੀਸ਼ਨ ਨੇ 800 MPs ਦੀ ਆਵਾਜ਼ ਉਠਾਈ ਹੈ, ਉਹਨਾਂ ਨੇ ਆਪਣੀ ਤਾਂ ਨਹੀਂ ਉਠਾਈ ਵੀ ਸਾਡੀ ਜਾਨ ਨੂੰ ਖਤਰਾ ਸੀ, ਉਹਦੇ ਵਿੱਚ ਬੀਜੇਪੀ ਦੇ ਵੀ MP ਸੀਗੇ, ਤੇ ਉਹਦੇ ਟਕੌਂਸਲੇ ਦੇ ਥੱਲੇ, ਟਕਵੰਜ ਦੇ ਥੱਲੇ ਇਹਨਾਂ ਨੇ ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਤੇ ਸਸਪੈਂਡ ਕਰਨ ਦਾ ਇਹ ਸੀਗਾ ਮਕਸਦ, ਪਹਿਲਵਾਨਾਂ ਵਾਂਗੂ, ਤੇ ਇਹ ਕੜੀਆਂ ਜੁੜਦੀਆਂ ਗਈਆਂ, ਤੇ ਉਹ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਫੜ ਲਿਆ ਗਿਆ, ਤੇ ਅਜੇ ਤੱਕ ਬੀਜੇਪੀ ਦੇ MP ਨੂੰ ਨਹੀਂ ਫੜਿਆ ਗਿਆ। ਇਹਦੇ ਉੱਤੇ ਸਰਕਾਰ ਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਅਜੇ ਤੱਕ। PM ਮੋਦੀ ਸਾਹਿਬ ਦਾ ਜਾਂ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਕੋਈ ਵੀ ਅਧਿਕਾਰਿਤ ਬਿਆਨ ਪਾਰਲੀਮੈਂਟ ਦੇ ਵਿੱਚ ਨਹੀਂ ਆਇਆ। ਕਦੀ ਉਹ ਮਥੁਰਾ ਤੁਰੇ ਫਿਰਦੇ ਨੇ ਤੇ ਕਦੀ ਅਹਿਮਦਾਬਾਦ ਤੁਰੇ ਫਿਰਦੇ ਨੇ। ਇਹ ਤੋਰੇ ਫੇਰੇ ਵਾਲੀ ਸਰਕਾਰ ਦੇਸ਼ ਦੇ ਲੋਕਾਂ ਨੂੰ ਕਿੱਥੇ ਤੋਰੇਗੀ? ਇਹਦੇ ਉੱਤੇ ਕਰੋ ਗੱਲ। ਜੀ ਸਰ, ਬਹੁਤ ਵਧੀਆ ਜਿਹੜਾ ਸਸਪੈਂਸ਼ਨ ਆਫ MPs ਦੀ ਗੱਲ ਕੀਤੀ ਹੈ, ਬਹੁਤ ਅੱਛਾ ਤੁਸੀਂ ਇਸ਼ੂ ਉਠਾਇਆ, ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਸਟੈਪ ਜਦੋਂ ਰੀਸੈਂਟ ਪਾਸ ਦੀ ਗੱਲ ਕਰੂੰਗੀ ਮੈਂ, ਜਿਵੇਂ ਕਿ ਮਹੁਆ ਮਿੱਤਰਾ ਦੇ ਉੱਤੇ ਤੁਸੀਂ ਗੱਲ ਕੀਤੀ, ਬਹੁਤ ਵਧੀਆ ਗੱਲ ਹੈ। ਉਸ ਜਿਹੜੀ ਇੱਕ ਲੇਡੀ MP ਦੇ ਉੱਤੇ ਜਿਹੜੇ ਪਹਿਲੇ ਤਾਂ ਐਲੀਗੇਸ਼ਨਸ ਜਿਹੜੇ ਲਗਾਏ ਗਏ, ਫਿਰ ਉਹਦੇ 'ਤੇ ਇਨਕੁਆਇਰੀ ਹੋਈ। ਇਨਕੁਆਇਰੀ ਦੇ ਵਿੱਚ ਜਿਹੜੇ ਕੁਐਸਚਨਸ ਪੁੱਛੇ ਗਏ, ਦੇ ਵਰ ਟੋਟਲੀ ਡਿਸਗ੍ਰੇਸਿੰਗ ਦੀ ਡਿਗਨਿਟੀ ਆਫ ਅ ਵੂਮਨ, ਦੇ ਵਰ ਡੀਗ੍ਰੇਡਿੰਗ
sitting MP of parliament. ਜਦ ਕਿ ਇਹ ਸਰਕਾਰ ਇਹ ਕਹਿੰਦੀ ਹੈ ਬੇਟੀ ਬਚਾਓ ਬੇਟੀ ਪੜਾਓ, ਉਦੋਂ ਇਹ ਸਿਧਾਂਤ ਕਿੱਥੇ ਸੀ ਮਹੂਆ ਮੋਇਤਰਾ ਬਾਰੇ? ਕੀ ਉਹ ਦੇਸ਼ ਦੀ ਧੀ ਨਹੀਂ ਸੀ? ਬਿਲਕੁਲ, ਇੱਕ ਦੇਸ਼ ਦੀ ਬੇਟੀ ਨੂੰ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਹੈ ਐਲੀਗੇਸ਼ਨਸ ਲਗਾ ਕੇ ਕਿ ਕੈਸ਼ ਫॉर ਕੁਐਰੀ ਸਕੈਮ ਦੇ ਵਿੱਚ ਫਸਾ ਕੇ ਉਹਨੂੰ ਕੁਐਸਚਨਸ ਡੀਗ੍ਰੇਡਿੰਗ ਪੁੱਛ ਕੇ ਇਨਕੁਆਇਰੀ, ਆਈ ਸਟਿਲ ਰਿਮੈਂਬਰ ਸ਼ੀ ਮੈਂਸ਼ਨ ਇਨ ਹਰ ਸਪੀਚ ਕਿ ਕਿਵੇਂ ਸਿਰਫ ਇੱਕ ਲੇਡੀ ਨੂੰ ਹੀ ਸਸਪੈਂਡ ਕੀਤਾ ਗਿਆ, ਜਿਹਦੇ ਤੋਂ ਬਾਅਦ ਇਹ ਇੱਕ ਐਗਜ਼ੈਂਪਲਰੀ ਤੌਰ ਤੇ ਜਿਹੜਾ ਹੈ ਪਹਿਲਾਂ ਰਾਘਵ ਚੱਡਾ ਨੂੰ ਸਸਪੈਂਡ ਕੀਤਾ ਗਿਆ, ਫਿਰ ਮਹੂਆ ਮਿੱਤਰਾ, ਫਿਰ ਦੈਨ ਫੋਲੋਇੰਗ ਇਟ ਬਾय 141 MPs, just to show that we are fair and just. And definitely it is not good for the government. This is a bad example. ਤੁਸੀਂ ਦੇਖੋ ਇੱਕ ਲੇਡੀ ਨੂੰ ਕਵਰ ਅਪ ਕਰਨ ਲਈ ਲੇਡੀ ਵਾਲਾ ਇਸ਼ੂ ਜਦੋਂ ਉਹਨੂੰ ਸਸਪੈਂਡ ਕੀਤਾ ਗਿਆ, ਸਾਰੇ ਕਾਂਗਰਸ ਦੇ MPs ਉਹਨਾਂ ਦੇ ਨਾਲ ਸੀ, ਮੈਡਮ ਸੋਨੀਆ ਗਾਂਧੀ ਉਹਨਾਂ ਦੇ ਨਾਲ ਖੜੇ ਸੀ ਜਦੋਂ ਉਹਨਾਂ ਨੇ ਬਾਹਰ ਆ ਕੇ ਸਪੀਚ ਦਿੱਤੀ, ਜਦੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਕਿ ਕਿਵੇਂ ਉਹਨਾਂ ਨੂੰ ਇੱਕ ਓਪਰਚੁਨਿਟੀ ਦੇ ਵਿੱਚ ਆਈਡਲੀ ਉਹਨਾਂ ਦੀ ਆਊਟਰੇਜ ਕੀਤੀ ਗਈ ਮੋਡੈਸਟੀ ਬਾਈ ਆਸਕਿੰਗ ਕੁਐਸਚਨਸ ਕਿ ਤੁਸੀਂ ਹੋਟਲ ਦੇ ਵਿੱਚ ਕਿਹਦੇ ਨਾਲ ਗਏ ਸੀ, ਕਿਉਂ ਗਏ ਸੀ, ਕਿੰਨੀ ਵਾਰ ਗਏ ਸੀ, ਔਰ ਥੀਸ ਕਾਈਂਡ ਆਫ ਪਰਸਨਲ ਕੁਐਸਚਨਸ ਵਰ ਅਨਕਾਲਡ ਫॉर, ਹੈ ਨਾ, ਐਂਡ ਪ੍ਰਾਈਵੇਸੀ, ਬਿਲਕੁਲ ਐਬਸੋਲੂਟਲੀ ਉਹਨਾਂ ਦੀ ਰਾਈਟ ਟੂ ਪ੍ਰਾਈਵੇਸੀ ਨੂੰ ਇਨਫ੍ਰਿੰਜ ਕੀਤਾ, ਤੇ ਕਿਵੇਂ ਇਨਕੁਆਇਰੀ ਦੇ ਨਾਮ ਤੇ ਉਹਨਾਂ ਨੂੰ ਜਾਣਬੁੱਝ ਕੇ ਜਿਹੜਾ ਹੈ ਓਪਰੈਸ ਕਰਨ ਦੀ, ਸਪਰੈਸ ਕਰਨ ਲਈ, ਉਹਨਾਂ ਨੂੰ ਡਰਾਉਣ ਲਈ, ਥ੍ਰੈਟਨ ਕਰਨ ਲਈ, ਇੰਟੀਮੀਡੇਟ ਕਰਨ ਲਈ, ਤਾਂ ਕਿ ਉਹ ਅੱਗੇ ਤੋਂ ਇਹੋ ਜਿਹਾ ਕੋਈ ਚੀਜ਼ ਨਾ ਕਰਨ, ਜਿਹਦੇ ਕਰਕੇ ਉਹਨਾਂ ਨੂੰ ਇੱਕ ਵਾਰ ਲਈ ਸਸਪੈਂਡ ਕਰ ਦਿੱਤਾ ਗਿਆ, ਤਾਂ ਕਿ ਜਿਹੜਾ ਹੈ ਡਰ ਕੇ ਉਹ ਅਗੇਂਸਟ ਉਹਨਾਂ ਦੇ ਨਾ ਬੋਲਣ। ਇੱਦਾਂ ਦੇ ਬਹੁਤ ਸਾਰੇ ਐਗਜ਼ਾਮਪਲ ਸਾਡੇ ਕੋਲ ਨੇ ਜਿਹਦੇ ਵਿੱਚ MPs ਨੂੰ ਡਿਸਕਰੇਜ ਕੀਤਾ ਜਾਂਦਾ, ਔਰ ਮੈਂ ਸੋਚਦੀ ਹਾਂ ਕਿ ਜੇ ਉਸ ਲੈਵਲ 'ਤੇ ਇਹ ਸਭ ਚੀਜ਼ਾਂ ਹੋ ਸਕਦੀਆਂ ਤੇ ਸਾਡੇ ਨਾਲ ਜਿਹੜਾ ਇੱਥੇ ਹੋ ਰਿਹਾ ਉਹ ਤਾਂ ਬਹੁਤ ਹੀ ਛੋਟੀ ਜਿਹੀ ਚੀਜ਼ ਹੈ। ਤੇ ਜੋ ਵੀ ਲੇਡੀ ਮੈਨੂੰ ਲੱਗਦਾ ਇਸ ਤਰ੍ਹਾਂ ਬੋਲਦੀ ਹੈ ਉਹਨੂੰ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ, ਤੇ ਪਾਰਲੀਮੈਂਟ ਲੈਵਲ ਤੱਕ ਵੀ ਜੇ ਇੱਕ ਵੂਮਨ ਨੂੰ ਜਿਵੇਂ ਆਪਾਂ ਕਹਿੰਦੇ ਨਾ ਵੂਮਨ ਲਾਇਰਸ, ਵੂਮਨ ਐਥਲੀਟ, ਵੂਮਨ MP, ਪਹਿਲਾਂ ਤਾਂ ਇਹ ਵੂਮਨ ਹਟਾ ਕੇ ਸਾਨੂੰ ਮੈਨੂੰ ਲੱਗਦਾ ਇਹ ਕਰਨਾ ਚਾਹੀਦਾ, ਵੀ ਆਰ ਐਥਲੀਟਸ, ਵੀ ਆਰ MPs, ਵੀ ਆਰ ਲਾਇਰਸ। ਅਗਰ ਤੁਸੀਂ ਸੋਚ ਰਹੇ ਹੋ ਯੂ ਆਰ ਅ ਵੂਮਨ ਯੂ ਸ਼ੁੱਡ ਟਾਕ ਸੌਫਟਲੀ, ਯੂ ਆਰ ਅ ਵੂਮਨ ਯੂ ਸ਼ੁੱਡ ਨਾਟ ਟਾਕ ਇਨ ਅ ਹਾਇਰ ਪਿਚ, ਯੂ ਆਰ ਅ ਵੂਮਨ ਯੂ ਆਰ ਵਾਈ ਆਰ ਯੂ ਟਾਕਿੰਗ ਲਾਈਕ ਦਿਸ, ਇਸ ਤਰ੍ਹਾਂ ਦੀ ਚੀਜ਼ਾਂ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਸੀਂ ਉਹ ਜਿਹੜਾ ਪਰਪਸ ਹੈ ਸਾਡਾ ਏਮ ਐਂਡ ਆਬਜੈਕਟਿਵ ਇੱਥੇ ਪਹੁੰਚਣ ਦਾ ਕਿ ਆਈ ਐਮ ਅ ਲਾਇਰ, ਆਈ ਐਮ ਹੇਅਰ ਟੂ ਐਡਵੋਕੇਟ ਫॉर द ਰਾਈਟਸ ਆਫ ਪੀਪਲ, ਆਈ ਐਮ ਹੇਅਰ ਟੂ ਫਾਈਟ ਅਗੇਂਸਟ ਇਨਜਸਟਿਸ, ਐਂਡ MP ਜਿਹੜਾ ਪਾਰਲੀਮੈਂਟ ਦੇ ਵਿੱਚ ਬੋਲ ਰਿਹਾ, ਕਿਵੇਂ ਬੋਲ ਰਿਹਾ, ਕਿੱਦਾਂ ਬੋਲ ਰਿਹਾ, ਕਿਹਦੇ ਨਾਲ ਜਾ ਰਿਹਾ ਆ ਰਿਹਾ, ਇਹੋ ਜਿਹੇ ਕੁਐਸਚਨਸ ਉਹਨਾਂ ਦੀ ਪਰਸਨਲ ਲਾਈਫ ਤੇ, ਉਹਨਾਂ ਦੇ ਨੇਚਰ ਤੇ, ਉਹਨਾਂ ਦੇ ਬੋਲਣ ਦੇ ਤਰੀਕੇ ਤੇ ਜੇ ਤੁਸੀਂ ਕਰੋਗੇ, ਵਿਚ ਬੈਗ ਸ਼ੀ ਇਜ਼ ਕੈਰਿੰਗ, ਵਾਈ ਸ਼ੀ ਇਜ਼ ਕੈਰਿੰਗ ਲੂਈ ਵਿਟਨ ਐਂਡ ਥਿੰਗਸ ਲਾਈਕ ਦੈਟ, ਜਿਹੜੇ ਵੀ ਕਮੈਂਟਸ ਨੀਚੇ ਆਉਂਦੇ ਆ, ਆਈ ਯੂਜੂਅਲੀ ਰੀਡ ਆਲ ਦੋਜ਼ ਕਮੈਂਟਸ ਔਨ ਟਵਿੱਟਰ। ਸੋ ਇਸ ਤਰ੍ਹਾਂ ਦੀ ਚੀਜ਼ਾਂ ਤੇ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਮੇਨ ਆਬਜੈਕਟਿਵ ਤੋਂ ਹਿਲ ਜਾਂਦੇ ਹੋ, ਪਾਲਿਸੀ ਬਣਾਉਣ ਉੱਥੇ ਗਏ ਹੋ, ਉਹਦੇ ਤੇ ਡਿਸਕਸ਼ਨ ਕਰਨ ਗਏ ਹੋ, ਚਰਚਾ ਕਰਨ ਗਏ ਹੋ, ਯੂ ਨੀਡ ਟੂ ਹੈਵ ਡਿਸਐਗਰੀਮੈਂਟਸ, ਵਾਈ ਵੂਮਨ ਇਜ਼ ਡਿਸਐਗਰੀਇੰਗ ਐਂਡ ਵਾਈ ਪੀਪਲ ਫਰਮ ਦੀ ਅਦਰ ਪਾਰਟੀਜ਼, ਓਪੋਜੀਸ਼ਨ ਜਿਵੇਂ ਆਮ ਆਦਮੀ ਪਾਰਟੀ ਹੋ ਗਈ ਜਾਂ ਕੋਈ ਵੀ ਲੈਫਟ ਪਾਰਟੀਜ਼ ਹੈ, ਅਗਰ ਉਹ ਅਪੋਜ਼ ਕਰ ਰਹੀ ਤਾਂ ਉਹਨਾਂ ਦੇ MPs ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ। ਨਾਰਥ ਈਸਟ ਦੀ ਜਿਹੜੀ ਵੀ ਰਿਪਰੈਜ਼ੈਂਟੇਸ਼ਨ ਉਹਨਾਂ ਨੂੰ ਕਿਤੇ ਵੀ ਸਾਹਮਣੇ ਨਹੀਂ ਲੈ ਕੇ ਆਇਆ ਜਾਂਦਾ। ਮੈਨੂੰ ਲੱਗਦਾ ਨਾਰਥ ਈਸਟ ਦੀ ਲੇਡੀਜ਼ ਬਹੁਤ ਸਾਲ ਪਹਿਲਾਂ ਤੋਂ ਦੇ ਆਰ ਪਾਰਟਿਸਿਪੇਟਿੰਗ ਇਨ ਪਾਰਲੀਮੈਂਟ ਐਂਡ ਨੈਵਰ ਸੀਨ them talk in the parliament. I've never seen their videos, I've never seen them into any controversies, because definitely they are under that impression ki bhai women nu ta has to be submissive. ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਨੂੰ ਲੱਗਦਾ ਡਿਸਕੰਟੀਨਿਊ ਹੋਣੀਆਂ ਚਾਹੀਦੀਆਂ। MPs ਨੂੰ ਸਸਪੈਂਡ ਕਰਨਾ ਬਾਰ-ਬਾਰ, ਉਹਨਾਂ ਦੇ ਅਗੇਂਸਟ ਇਨਕੁਆਇਰੀ ਬਿਠਾਣੀ, ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਤੇ ਲੈਕਚਰ ਦੇਣਾ, ਪਰਸਨਲ ਕੁਐਸਚਨਸ ਤੇ, ਔਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ MP ਨੂੰ ਫੜਿਆ ਨਹੀਂ ਗਿਆ, ਬੱਚਿਆਂ ਦੇ ਉੱਤੇ ਉਹ ਕਰ ਦਿੱਤਾ ਗਿਆ, ਉਹਨਾਂ ਨੂੰ ਜਿਹੜਾ ਹੈ ਬ੍ਰੇਨ ਵਾਸ਼ ਕਰਕੇ ਉਹਨਾਂ ਤੋਂ ਪ੍ਰੋਟੈਸਟ ਕਰਵਾਇਆ ਗਿਆ, ਉਹ ਜਿਹੜੇ ਕਹਿੰਦੇ ਯੂਜ਼ ਕਰਕੇ ਜਿਹੜਾ ਹੈ ਪ੍ਰੋਪ ਦੀ ਤਰ੍ਹਾਂ ਯੂਜ਼ ਕਰਕੇ ਤੁਸੀਂ ਆਮ ਬੰਦਿਆਂ ਨੂੰ ਪੈਸੇ ਦੇ ਕੇ ਉੱਥੇ ਖੜਾ ਕਰ ਦਿੰਦੇ ਹੋ ਆਪਣੇ ਇਲੈਕਸ਼ਨ ਮੋਟਿਵਸ ਲਈ ਜਾਂ ਪ੍ਰੋਟੈਸਟ ਲਈ। ਇਸ ਤਰ੍ਹਾਂ ਦੀ ਚੀਜ਼ਾਂ MPs ਨੂੰ ਜਾਂ ਉਸ ਲੈਵਲ ਦੀ ਪੋਲੀਟਿਕਸ ਨੂੰ ਸੂਟ ਨਹੀਂ ਕਰਦੀਆਂ, ਸਟਿਲ ਦੇ ਆਰ ਡੂਇੰਗ ਇਟ, ਐਂਡ ਮੈਨੂੰ ਲੱਗਦਾ ਇੱਥੇ ਦੀ ਪੋਲੀਟਿਕਸ ਜਿਹੜੀ ਆਪਾਂ ਦੇਖਦੇ ਹਾਂ ਫਿਰ ਇਹ ਤਾਂ ਕੁਝ ਵੀ ਨਹੀਂ ਹੈ ਜੀ। ਕੀ ਮਹੂਆ ਮਿੱਤਰਾ ਦੇ ਜਿਹੜੇ 23 ਤਰਾਰ ਅਟੈਕ ਸੀਗੇ ਅਡਾਨੀ ਦੇ ਉੱਤੇ, ਉਸ ਦਾ ਖਮਿਆਜਾ ਭੁਗਤਣਾ ਪਿਆ ਮਹੂਆ ਮੋਇਤਰਾ ਨੂੰ, ਤੇ ਇਹ ਸਰਕਾਰ ਨੂੰ ਭੁਗਤਣਾ ਪਏਗਾ 2024 ਚ ਕਿ ਨਹੀਂ? ਇਹ ਇੱਕ ਫੋਰਕਾਸਟ ਹੋ ਸਕਦਾ ਹੈ, ਓਪੀਨੀਅਨ ਹੋ ਸਕਦਾ ਹੈ, ਲੇਕਿਨ ਦੇਸ਼ ਕਿਸ ਤਰ੍ਹਾਂ ਸੋਚੇਗਾ ਕਿ ਮਹੂਆ ਮੋਇਤਰਾ ਦੀ ਫਾਇਰਵਰਕਸ ਤੋਂ ਡਰ ਕੇ ਇਹ ਸਰਕਾਰ ਨੇ ਮਹੂਆ ਮੋਇਤਰਾ ਨਾਲ ਜੋ ਕੀਤਾ, ਤੇ ਫਾਲੋਡ ਬਾਏ 141 MPs ਜਿਨ੍ਹਾਂ ਨੂੰ ਅੱਜ ਨਿਲੰਬਨ ਕੀਤਾ ਗਿਆ ਹੈ ਵਿਪਕਸ਼ ਤੋਂ। ਇਹ ਕਿੱਡੀ ਵੱਡੀ ਬਹਾਦਰੀ ਦਾ ਕਾਰਨਾਮਾ ਹੈ ਇਸ ਸਰਕਾਰ ਲਈ। ਤੇ ਜੇ ਤੁਸੀਂ ਇਹਦੇ ਤੇ ਚਲਦੇ ਚਲਦੇ ਦੋ ਗੱਲਾਂ ਕਹਿ ਦਿਓ ਤੇ ਧੰਨਵਾਦ ਹੈ ਤੁਹਾਡਾ ਜੀ।
ਸਰ ਜਿਵੇਂ ਤੁਸੀਂ ਗੱਲ ਕੀਤੀ, ਡੈਫੀਨੇਟਲੀ ਆਪਾਂ ਜਦੋਂ ਕਦੀ ਵੀ ਕਿਸੇ ਦੇ ਅਗੇਂਸਟ ਜਾਂ ਕਿਸੇ ਦੇ ਹੱਕ 'ਚ ਬੋਲਦੇ ਹਾਂ ਤਾਂ ਉਹਦਾ ਤੁਹਾਨੂੰ ਖਾਮਿਆਨਾ ਭੁਗਤਣਾ ਹੀ ਪੈਂਦਾ। ਬੀਟ ਤੁਸੀਂ ਕਿਸੇ ਇਲੈਕਸ਼ਨ ਪਾਰਟੀ ਨੂੰ ਸਪੋਰਟ ਕਰ ਦਿਓ, ਕਿਸੇ ਕੈਂਡੀਡੇਟ ਨੂੰ ਸਪੋਰਟ ਕਰੋ, ਉਹਦੇ ਓਪੋਜੀਸ਼ਨ ਜਾਂ ਉਹਦੇ ਰਾਈਵਲਸ ਡੈਫੀਨੇਟਲੀ ਤੁਹਾਡੇ ਖੁਦ ਦੇ ਰਾਈਵਲਸ ਬਣ ਜਾਂਦੇ ਆ। ਉਸੇ ਤਰ੍ਹਾਂ ਗੱਲ ਕੀਤੀ ਜਾਵੇ ਅਦਾਨੀ ਗਰੁੱਪ ਦੀ, ਤਾਂ ਡੈਫੀਨੇਟਲੀ ਤੁਸੀਂ ਅਗੇਂਸਟ ਬੋਲੋਗੇ ਤਾਂ ਮੋਦੀ ਹੂ ਇਜ਼ ਫੇਵਰਿੰਗ ਅਦਾਨੀ ਗਰੁੱਪ ਆਲਵੇਜ਼, ਉਹ ਜਿਹੜਾ ਹੈ ਡੈਫੀਨੇਟਲੀ ਤੁਹਾਡੇ ਅਗੇਂਸਟ ਜਾਏਗਾ। ਬੀਜੇਪੀ ਜਿਹੜੀ ਹੈ ਬੀਜੇਪੀ ਕੱਟੜ ਸਪੋਰਟਰਸ ਉਹਨਾਂ ਨੂੰ ਮੰਨਿਆ ਜਾਂਦਾ ਹੈ। ਡੋਂਟ ਥਿੰਕ ਕਿ ਹਿੰਦੂਤਵ ਇਜ਼ ਦੀ ਓਨਲੀ ਕ੍ਰਾਈਟੀਰੀਆ ਫॉर ਬੀਜੇਪੀ, ਫॉर them ਇਟ ਇਜ਼ ਲਾਈਕ ਅੰਧ ਭਗਤ। ਜਦੋਂ ਤੁਸੀਂ ਸਾਰਾ ਦਿਨ ਨਾਮ ਜਪੋਗੇ ਮੋਦੀ ਮੋਦੀ ਮੋਦੀ, ਤਦ ਹੀ ਤੁਹਾਨੂੰ ਬੀਜੇਪੀ ਦਾ ਮੈਂਬਰ ਮੰਨਿਆ ਜਾਏਗਾ। ਆਈ ਐਮ ਅ ਹਿੰਦੂ ਬਾਈ ਰਿਲੀਜਨ, एवरीवन नोज, लेकिन स्टिल आई वोंट बी ਐਪਰੀਸ਼ੀਏਟਡ ਬਾਈ ਬੀਜੇਪੀ। ਰੀਜ਼ਨ ਬੀਇੰਗ ਕਿ ਮੈਂ ਸਾਰਾ ਦਿਨ ਮੋਦੀ ਮੋਦੀ ਨਹੀਂ ਕਰਦੀ, ਮੈਂ ਸਾਰਾ ਦਿਨ ਜਿਹੜਾ ਹੈ ਉਹਨਾਂ ਦੇ ਗੁਣਗਾਨ ਨਹੀਂ ਗਾਉਂਦੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਬੜੀ ਕਾਮਨ ਹੈ ਉੱਥੇ ਵੀ ਇਹੀ ਚਾਹੁੰਦੇ ਕਿ ਕਿਸੇ ਨੂੰ ਅਪੋਜ਼ ਨਾ ਕਰੋ, ਸਾਰਾ ਦਿਨ ਸਾਡੇ ਅੰਧ ਭਗਤੀ ਕਰਦੇ ਰਹੋ, ਸਾਨੂੰ ਅੰਧਾ ਧੁੰਦ ਫੋਲੋ ਕਰੋ, ਸਾਡੀ ਜਿਹੜੇ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦੀ ਤਾਰੀਫ ਕਰੋ। ਐਂਡ ਇਟ ਇਜ਼ ਐਵਰੀਵੇਅਰ। ਮੈਨੂੰ ਲੱਗਦਾ ਕਿ ਓਪੋਜੀਸ਼ਨ ਕਰਨਾ ਜਾਂ ਕੰਸਟਰਕਟਿਵ ਕ੍ਰਿਟਿਕਸ, ਆਈ ਵੁੱਡ term myself as a constructive critic of government, yes, of government or the reigning government, I wanted to say ਕਿ ਜੋ ਵੀ ਬੈਠਦਾ, ਚਾਹੇ ਉਹ ਇੱਥੇ ਹਾਈ ਕੋਰਟ ਦੇ ਵਿੱਚ ਕੋਈ ਬੈਠ ਰਿਹਾ ਹੈ ਐਜ਼ ਪ੍ਰੈਜ਼ੀਡੈਂਟ ਔਰ ਦੀ ਨਿਊ ਐਗਜ਼ੀਕਿਊਟਿਵ ਕਮੇਟੀ, ਜਾਂ ਫਿਰ ਬਾਹਰ ਜੇ ਕੋਈ ਪਾਲਿਸੀ ਪੰਜਾਬ ਦੇ ਵਿੱਚ ਬਣਦੀ ਹੈ, ਹਰਿਆਣਾ ਦੇ ਵਿੱਚ ਬਣਦੀ ਹੈ, ਜਾਂ ਆਲ ਓਵਰ ਇੰਡੀਆ ਜੇ ਕੋਈ ਇਹੋ ਜਿਹੀ ਪਾਲਿਸੀ ਬਣਦੀ ਹੈ, ਆਈ ਵਿਲ ਬੀ ਦੀ ਫਰਸਟ ਕ੍ਰਿਟਿਕ ਆਫ ਦੈਟ ਪਾਲਿਸੀ ਅਗਰ ਮੈਨੂੰ ਲੱਗਦਾ ਉਹਦੇ 'ਚ ਕੁਛ ਗਲਤ ਹੈ ਤਾਂ। ਸੋ ਅਗਰ ਤੁਸੀਂ ਕੰਸਟਰਕਟਿਵ ਕ੍ਰਿਟਿਸਿਜ਼ਮ ਨੂੰ ਦਿਲ 'ਤੇ ਲੈ ਕੇ ਅਗਲੇ ਦੇ ਖਿਲਾਫ ਚੀਜ਼ਾਂ ਕਰਨ ਲੱਗ ਜਾਓ, ਜਿਵੇਂ ਕਿ ਮਊਆ ਮਿੱਤਰਾ ਨਾਲ ਹੋਇਆ ਜਾਂ ਹੋਰ ਐਮਪੀਜ਼ ਨਾਲ ਹੋ ਰਿਹਾ, ਤਾਂ ਉਹ ਚੀਜ਼ ਗਲਤ ਹੈ। ਉਹਨੂੰ ਮੈਨੂੰ ਲੱਗਦਾ ਡਿਸਕਰੇਜ ਕਰਨਾ ਚਾਹੀਦਾ ਅਤੇ ਕੰਸਟਰਕਟਿਵ ਕ੍ਰਿਟਿਸਿਜ਼ਮ ਨੂੰ ਪੋਜ਼ੀਟਿਵਲੀ ਲੈ ਕੇ ਜਿਹੜਾ ਹੈ ਉਹਦੇ 'ਤੇ ਕੰਮ ਕਰਨਾ ਚਾਹੀਦਾ। ਮੈਨੂੰ ਵੀ ਬਹੁਤ ਲੋਕ ਕ੍ਰਿਟਿਸਾਈਜ਼ ਕਰਦੇ ਆ ਕਿ ਬੜੀ ਚੀਜ਼ਾਂ 'ਤੇ ਤੁਹਾਡਾ ਆਹ ਕੰਮ ਨਹੀਂ ਠੀਕ, ਤਾਂ ਮੈਨੂੰ ਲੱਗਦਾ ਮੈਨੂੰ ਉਹਦੇ 'ਤੇ ਕੰਸਟਰਕਟਿਵਲੀ ਕੰਮ ਕਰਨਾ ਚਾਹੀਦਾ। ਅਗਰ ਮੇਰੇ 'ਚ ਕਿਸੇ ਨੇ ਗਲਤੀ ਕੱਢੀ ਹੈ ਕਿ ਵੀ ਇਹ ਠੀਕ ਨਹੀਂ ਹੈ, ਚਾਹੇ ਮੈਂ ਕਰ ਨਾ ਪਾਵਾਂ, ਦੈਟ ਇਜ਼ ਮਾਈ ਡਿਸੇਬਿਲਿਟੀ ਕਿ ਮੈਂ ਉਹਨਾਂ ਮੈਂ ਕਰ ਨਹੀਂ ਪਾ ਰਹੀ, ਲੇਕਿਨ ਮੈਨੂੰ ਉਹਨਾਂ ਦੀ ਗੱਲ ਦਾ ਬੁਰਾ ਨਹੀਂ ਮੰਨਣਾ ਚਾਹੀਦਾ, ਬਲਕਿ ਉਹਨੂੰ ਕੰਸਟਰਕਟਿਵਲੀ ਲੈਣਾ ਚਾਹੀਦਾ, ਪੋਜ਼ੀਟਿਵਲੀ। ਕੋਰਟ ਦੇ ਵਿੱਚ ਇਹਨਾਂ ਐਕਟਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ। ਜੇ ਇਹ ਇਕੱਲੇ ਇੱਕ ਤਰਫਾ ਪਾਸ ਹੋ ਗਏ ਤੇ ਉਹਦੀ ਫੇਟ ਕੀ ਹੋਏਗੀ ਕੋਰਟ ਦੇ ਵਿੱਚ? ਜੀ ਦੇਖੋ ਸਰ, ਸਿੰਪਲੀ ਦੀ ਗੱਲ ਹੈ, ਜਦੋਂ ਪ੍ਰੈਜ਼ੈਂਸ 'ਚ ਹੀ ਨਹੀਂ ਹੋਇਆ, ਅਗਰ ਮੈਜੋਰਿਟੀ ਨਹੀਂ ਪ੍ਰੈਜ਼ੈਂਟ ਸੀਗੀ ਜਾਂ ਇਹਦੇ 'ਤੇ ਡਿਸਕਸ਼ਨ ਡੈਲੀਬਰੇਟ ਡਿਸਕਸ਼ਨ ਨਹੀਂ ਹੋਈ ਪ੍ਰੋਪਰਲੀ, ਹੈ ਨਾ, ਅਤੇ ਇਹਨੂੰ ਪਾਸ ਕਰ ਦਿੱਤਾ ਗਿਆ, ਪਾਸ ਜਿਵੇਂ ਕਰਦੇ ਆ ਉਹ ਪਾਸ ਕਰਦਾ, ਫਿਰ ਡੈਫੀਨੇਟਲੀ ਇਹਨੂੰ ਚੈਲੰਜ ਕੀਤਾ ਜਾ ਸਕਦਾ। ਪ੍ਰੋਸੀਜਰਲ ਇਰੈਗੂਲੈਰਿਟੀ ਤੇ ਡੈਫੀਨੇਟਲੀ ਇਹਨੂੰ ਚੈਲੰਜ ਕੀਤਾ ਜਾ ਸਕਦਾ। wherever you go, read all the rules of parliament procedure. If you are not following procedure established by law, it can any time be challenged. And principles of natural justice, ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਬੇਸ ਤੇ ਵੈਂਸਬਰੀ ਪ੍ਰਿੰਸੀਪਲਸ ਜਾਂ ਰੂਲਸ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਜੋ ਵੀ ਹੈ ਜਿਹਦੇ ਤੇ ਆਪਾਂ ਇਹਨੂੰ ਚੈਲੰਜ ਕਰ ਸਕਦੇ ਹਾਂ, ਉਹਨਾਂ ਗਰਾਊਂਡਸ ਤੇ ਪ੍ਰੋਸੀਜਰਲ ਇਰੈਗੂਲੈਰਿਟੀਜ਼ ਤੇ ਡੈਫੀਨੇਟਲੀ ਇਹਨੂੰ ਚੈਲੰਜ ਕੀਤਾ ਜਾ ਸਕਦਾ। ਲੋਕਤੰਤਰ ਦਾ ਕਤਲ ਕਿਵੇਂ ਹੋਇਆ? ਜਿਉਂਦੀ ਜਾਗਲੀ ਪਾਰਲੀਮੈਂਟ ਦੇ ਵਿੱਚ ਜਿਹੜੇ ਦੀਵੇ ਸੀਗੇ ਉਹਨਾਂ ਦਾ ਤੇਲ ਕਿਵੇਂ ਨਿਕਲ ਗਿਆ, ਕਿਵੇਂ ਬੁੱਝ ਗਏ ਉਹ ਦੀਵੇ, ਇਹ ਗੱਲ ਕਰ ਦਿੱਤੀ ਹੈ ਤੁਹਾਡੇ ਨਾਲ। ਤੇ ਕਰਦੇ ਹਾਂ ਸਤਿ ਸ਼੍ਰੀ ਅਕਾਲ। ਸਾਡੀ YouTube ਚੈਨਲ ਦੀ ਇਸ ਪੇਜ ਨੂੰ ਹੈਲਦੀ ਕ੍ਰਿਟਿਸਿਜ਼ਮ ਸਮਝ ਕੇ ਤੇ ਇਸ ਨੂੰ ਹਰ ਘਰ ਤੱਕ, ਹਰ ਮੋਬਾਈਲ ਤੱਕ ਪਹੁੰਚਾ ਦੇਣਾ, ਸਰਕਾਰ ਤੱਕ ਵੀ ਪਹੁੰਚਾ ਦੇਣਾ, ਤੇ ਸਰਕਾਰ ਦੇ 56 ਇੰਚ ਸੀਨਾਂ ਦੇ ਵਿੱਚ ਥੋੜ੍ਹੀ ਜਿਹੀ ਤਾਕਤ ਬਖਸ਼ ਦੇਣਾ ਤਾਂ ਕਿ ਇਹ ਤਾਕਤ ਆ ਜਾਵੇ ਤੇ ਦੇਸ਼ ਦੀ ਜਿਹੜੀ ਲੋਕਤੰਤਰਿਕ ਪ੍ਰਣਾਲੀ ਹੈ ਉਸ ਦੇ ਉੱਤੇ ਲੋਕਾਂ ਨੂੰ ਢਾਹ ਨਾ ਲੱਗੇ। ਤੇ ਇਹ ਰਿਕੁਐਸਟ ਜਿਹੜੀ ਹੈ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਵੀ ਹੈ ਕਿ ਉਹ ਇਹਦੀ ਸਿਓ ਮੋਟੋ ਕੋਗਨੀਜੈਂਸ ਲੈ ਕੇ ਇਸ ਚੀਜ਼ ਦੇ ਉੱਤੇ ਕੀ ਕਰਦੇ ਆ। ਦੇਸ਼ ਦੇਖ ਰਿਹਾ, ਗੱਲਾਂ ਇੰਨੀਆਂ ਕੁ ਨਾਲ ਕਰਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।